Hello everyone, welcome to Victor's Knowledge. This is Chinu Sharma, and today we are going to take up another important topic from the subject of constitutional law polity. So ਇਸ subject ਦੇ ਵਿੱਚੋਂ ਇੱਕ ਬਹੁਤ important topic ਆਉਂਦਾ fundamental duties ਦਾ ਤੇ ਕੋਈ ਵੀ exam ਹੈ ਚਾਹੇ state level ਦਾ central level ਦਾ ਤੁਹਾਨੂੰ ਇਹ topic ਦੇ ਵਿੱਚੋਂ ਇੱਕ ਜਾਂ ਦੋ question 100% ਦੇਖਣ ਨੂੰ ਮਿਲਦੇ ਨੇ ਤੇ ਬੇਸਿਕਲੀ ਜਿਹੜਾ ਇਹ ਟੌਪਿਕ ਹੈ ਇਹ ਬਹੁਤ ਹੀ ਜ਼ਿਆਦਾ ਛੋਟਾ ਤੇ ਸਿੰਪਲ ਹੈ ਪਰ ਐਗਜ਼ਾਮ ਪੁਆਇੰਟ ਆਫ View ਤੋਂ ਬਹੁਤ ਇੰਪੋਰਟੈਂਟ ਹੈ And before moving further, I want to share with you guys that I have already launched my own handwritten notes of history full syllabus. So ਤੁਸੀਂ ਜੇ history ਦੇ notes buy ਕਰਨਾ ਚਾਹੁੰਦੇ ਹੋ ਤਾਂ ਮੈਨੂੰ email ਭੇਜ ਸਕਦੇ ਹੋ ਜਾਂ ਫਿਰ Instagram page ਹੈ ਜਿਹੜਾ Victor's Knowledge ਉਹਨੂੰ follow ਕਰਕੇ ਉੱਥੇ DM ਭੇਜ ਸਕਦੇ ਹੋ ਸੋ ਜਿਹੜੇ ਪ੍ਰਾਈਸ ਹੈ ਨੋਟਸ ਦੇ ਉਹ ਮੈਂ ਨਾਲ ਮੈਂਸ਼ਨ ਕੀਤੇ ਹੋਏ ਆ ਸੋ ਕੁਝ ਹਿਸਟਰੀ ਤੋਂ ਇਲਾਵਾ ਹੋਰ ਸਬਜੈਕਟਸ ਤੇ ਵੀ ਐਡੀਸ਼ਨਲ ਨੋਟਸ ਅਵੇਲੇਬਲ ਨੇ ਜਿਵੇਂ ਇੰਡੀਅਨ ਇਕਨੋਮੀ ਜੀਓਗ੍ਰਾਫੀ ਵਰਲਡ ਹਿਸਟਰੀ ਬੈਂਕਿੰਗ ਅਵੇਅਰਨੈਸ ਸੋ ਜਿਵੇਂ ਜੋ ਵੀ ਸਟੂਡੈਂਟਸ ਆਉਣ ਵਾਲੇ ਕੋਆਪਰੇਟਿਵ ਬੈਂਕਿੰਗ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਜੋ ਲਾਸਟ ਮਿੰਟ ਪੁਆਇੰਟਰ ਰਿਵੀਜ਼ਨ ਕਰਨਾ ਚਾਹੁੰਦੇ ਨੇ ਤਾਂ ਬੈਂਕਿੰਗ ਅਵੇਅਰਨੈਸ ਦੇ ਨੋਟਸ ਬਾਏ ਕਰ ਸਕਦੇ ਹੋ ਜਾਂ ਫਿਰ ਜੋ ਵੀ ਆਂਗਨਵਾੜੀ ਸੁਪਰਵਾਈਜ਼ਰ ਦਾ ਜਿਹੜਾ ਐਗਜ਼ਾਮ ਆਉਣਾ ਹੈ PSSB ਦੁਆਰਾ ਕੰਡਕਟ ਕਰਵਾਇਆ ਜਾਊਗਾ ਉਹਦੇ ਵਿੱਚ ਇੱਕ ਇੰਪੋਰਟੈਂਟ ਸਬਜੈਕਟ ਹੈ ਚਾਈਲਡ ਡਿਵੈਲਪਮੈਂਟ ਦਾ ਸੋ ਜੇ ਤੁਸੀਂ ਚਾਈਲਡ ਡਿਵੈਲਪਮੈਂਟ ਦੇ ਨੋਟਸ ਬਾਏ ਕਰਨੇ ਨੇ then you can contact me ਸੋ ਫੰਡਾਮੈਂਟਲ ਡਿਊਟੀਜ਼ ਦਾ ਜਿਹੜਾ ਕਨਸੈਪਟ ਹੈ ਉਹਨੂੰ ਸਮਝਣ ਤੋਂ ਪਹਿਲਾਂ ਆਪਣੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਵੀ ਫੰਡਾਮੈਂਟਲ ਡਿਊਟੀਜ਼ ਕੀ ਇਹ ਸ਼ੁਰੂ ਤੋਂ ਹੀ ਕਨਸਟੀਟਿਊਸ਼ਨ ਵਿੱਚ ਸੀ ਜਦੋਂ ਤੋਂ ਸੰਵਿਧਾਨ ਬਣਿਆ ਕਨਸਟੀਟਿਊਸ਼ਨ ਬਣਿਆ ਫੰਡਾਮੈਂਟਲ ਡਿਊਟੀਜ਼ ਉਸ ਟਾਈਮ ਕਨਸਟੀਟਿਊਸ਼ਨ ਵਿੱਚ ਨਹੀਂ ਸੀ ਬਾਅਦ ਵਿੱਚੋਂ ਇੱਕ ਅਮੈਂਡਮੈਂਟ ਕਰਕੇ ਇਹਨਾਂ ਨੂੰ ਐਡ ਕੀਤਾ ਗਿਆ ਸੋ ਪਹਿਲੀ ਚੀਜ਼ ਤਾਂ ਸਭ ਤੋਂ ਇੰਪੋਰਟੈਂਟ ਤੁਸੀਂ ਇਹ ਦਿਮਾਗ 'ਚ ਰੱਖਣੀ ਹੈ ਵੀ ਜਿਵੇਂ ਫੰਡਾਮੈਂਟਲ ਰਾਈਟਸ ਨੇ ਬਹੁਤ ਸਾਰੇ ਹੋਰ ਜੋ ਵੀ ਆਰਟੀਕਲਸ ਨੇ ਜਿਹੜੇ ਆਲਰੇਡੀ ਜਦੋਂ ਸੰਵਿਧਾਨ ਬਣਾਇਆ ਗਿਆ ਉਦੋਂ ਨਾਲ ਹੀ ਆਏ ਸੀ ਪਰ ਫੰਡਾਮੈਂਟਲ ਡਿਊਟੀਜ਼ ਦੀ ਜਿਹੜੀ ਜ਼ਰੂਰਤ ਹੈ ਇਹ ਥੋੜੇ ਟਾਈਮ ਬਾਅਦ ਮਹਿਸੂਸ ਹੋਈ ਸੋ ਇੱਕ ਕਮੇਟੀ ਸੀ ਸਵਰਨ ਸਿੰਘ ਕਮੇਟੀ ਇਹਦੀ ਰეკਮੈਂਡੇਸ਼ਨ ਦੇ ਉੱਤੇ ਫੰਡਾਮੈਂਟਲ ਡਿਊਟੀਜ਼ ਨੂੰ ਸੰਵਿਧਾਨ ਦੇ ਵਿੱਚ ਐਡ ਕੀਤਾ ਗਿਆ ਜਿਹੜੀ ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ ਉਹ ਅਮੈਂਡਮੈਂਟ ਦਾ ਨੰਬਰ ਤੇ ਈਅਰ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਸੋ 42nd ਅਮੈਂਡਮੈਂਟ 1976 ਈਅਰ ਦੀ ਇਹਦੇ ਨਾਲ ਫੰਡਾਮੈਂਟਲ ਡਿਊਟੀਜ਼ ਨੂੰ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ ਬਣਾਇਆ ਗਿਆ ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਵੀ ਜਿਹੜੀ 1976 ਵਾਲੀ ਅਮੈਂਡਮੈਂਟ ਹੈ ਇਹਦੇ ਨਾਲ ਸਿਰਫ 10 ਫੰਡਾਮੈਂਟਲ ਡਿਊਟੀਜ਼ ਐਡ ਕੀਤੀਆਂ ਗਈਆਂ ਸੀ ਪਰ ਇਸ ਟਾਈਮ ਆਪਣੇ ਕੋਲ 11 ਫੰਡਾਮੈਂਟਲ ਡਿਊਟੀਜ਼ ਨੇ ਤੇ ਜਿਹੜੀ 11th ਫੰਡਾਮੈਂਟਲ ਡਿਊਟੀ ਹੈ ਇਹ ਹੋਰ ਥੋੜੇ ਸਾਲਾਂ ਬਾਅਦ 86th ਅਮੈਂਡਮੈਂਟ ਦੇ ਨਾਲ 2002 ਵਿੱਚ ਜਿਹੜੀ 11th ਫੰਡਾਮੈਂਟਲ ਡਿਊਟੀ ਹੈ ਇਹ ਬਾਅਦ ਵਿੱਚ ਐਡ ਕੀਤੀ ਗਈ ਸੋ ਤੁਸੀਂ ਯਾਦ ਰੱਖਣਾ ਵੀ 1976 ਵਿੱਚ ਜਦੋਂ ਪਹਿਲੀ ਵਾਰੀ ਸੰਵਿਧਾਨ 'ਚ ਫੰਡਾਮੈਂਟਲ ਡਿਊਟੀਜ਼ ਨੂੰ ਇਨਸਰਟ ਕੀਤਾ ਗਿਆ ਉਸ ਸਮੇਂ ਆਪਣੇ ਕੋਲ 10 ਫੰਡਾਮੈਂਟਲ ਡਿਊਟੀ ਸੀ ਫਿਰ 2002 ਵਿੱਚ ਇੱਕ ਹੋਰ ਐਡ ਕੀਤੀ ਸੋ ਟੋਟਲ ਬਣ ਗਈਆਂ 11 ਸੋ ਸਕੋਪ ਕੀ ਹੈ ਫੰਡਾਮੈਂਟਲ ਡਿਊਟੀਜ਼ ਦਾ ਫਾਇਦਾ ਕੀ ਹੈ ਬੇਸਿਕਲੀ ਕਹਿੰਦੇ ਕੋਈ ਵੀ ਇਨਸਾਨ ਆ ਪਰਸਨ ਆ ਜਦੋਂ ਕਿਸੇ ਕੋਰਟ ਕੋਲ ਜਾਂਦਾ ਕਿਸੇ ਦੇ ਕੋਲ ਜਾ ਕੇ ਇਹ ਕਹਿੰਦਾ ਵੀ ਮੇਰਾ ਜਿਹੜਾ ਫੰਡਾਮੈਂਟਲ ਰਾਈਟ ਹੈ ਉਹ ਪੂਰਾ ਨਹੀਂ ਹੋ ਰਿਹਾ ਜਾਂ ਕੋਈ ਮੇਰਾ ਫੰਡਾਮੈਂਟਲ ਰਾਈਟ ਤੋੜ ਰਿਹਾ ਤਾਂ ਉੱਥੇ ਤੁਹਾਨੂੰ ਕੋਰਟ ਕੁਐਸਚਨ ਕਰ ਸਕਦੀ ਹੈ ਵੀ ਕੀ ਤੁਸੀਂ ਜੋ ਤੁਹਾਨੂੰ ਇੱਕ ਪਬਲਿਕ ਸਿਟੀਜ਼ਨ ਹੋਣ ਦੇ ਨਾਤੇ ਫੰਡਾਮੈਂਟਲ ਡਿਊਟੀਜ਼ ਦਿੱਤੀਆਂ ਨੇ ਤੁਸੀਂ ਉਹ ਡਿਊਟੀਜ਼ ਨੂੰ ਨਿਭਾ ਰਹੇ ਹੋ ਸੋ ਕਹਿੰਦੇ ਜਿਹੜੀ ਕੋਰਟ ਹੈ ਜੇ ਕੋਈ ਇਨਸਾਨ ਕੇਅਰਲੈਸ ਹੈ ਉਹ ਆਪਣੀਆਂ ਡਿਊਟੀਜ਼ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾ ਰਿਹਾ ਤਾਂ ਕਿਤੇ ਨਾ ਕਿਤੇ ਉਹਦੇ ਕੇਸ ਉੱਤੇ ਇਹ ਜਿਹੜੀ ਚੀਜ਼ ਹੈ ਇਹ ਰਿਫਲੈਕਟ ਕਰਦੀ ਆ ਸੋ ਕੋਰਟ ਦੇ ਵਿੱਚ ਜੇ ਤੁਸੀਂ ਆਪਣੇ ਫੰਡਾਮੈਂਟਲ ਰਾਈਟਸ ਨੂੰ ਚਾਹੁੰਦੇ ਹੋ ਵੀ ਉਹ ਪ੍ਰੋਪਰਲੀ ਜਾ ਕੇ ਤੁਸੀਂ ਇੰਪਲੀਮੈਂਟ ਕਰਵਾਓ ਤਾਂ ਉਹਦੇ ਨਾਲੋਂ ਪਹਿਲਾਂ ਤੁਹਾਡੀ ਆਪਦੀ ਇੱਕ ਰਿਸਪੌਂਸਿਬਿਲਿਟੀ ਬਣਦੀ ਹੈ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਸੋ ਜਿਹੜੀ ਉਹ ਰਿਸਪੌਂਸਿਬਿਲਿਟੀ ਹੈ ਬੀਇੰਗ ਐਨ ਇੰਡੀਅਨ ਸਿਟੀਜ਼ਨ ਉਹ ਰਿਸਪੌਂਸਿਬਿਲਿਟੀ ਦਾ ਨਾਮ ਹੈ ਫੰਡਾਮੈਂਟਲ ਡਿਊਟੀ So a person should respect fundamental right and duty equally because in any case, if court comes to know that person who want his right to be enforced is careless about his duty, court will not be lenient. So ਕਹਿੰਦੇ ਹੁਣ ਜੇ court ਕੋਲ ਤੁਸੀਂ ਗਏ ਹੋ ਕਿਤੇ ਨਾ ਕਿਤੇ ਇਹ ਪਤਾ ਲੱਗ ਜੇ ਕੋਈ ਪੁਰਾਣੀ ਕੋਈ ਚੀਜ਼ ਸਾਹਮਣੇ ਆ ਜਾਵੇ ਕੋਰਟ ਦੇ ਵੀ ਤੁਸੀਂ ਕਿਤੇ ਆਪਣਾ ਫੰਡਾਮੈਂਟਲ ਡਿਊਟੀ ਸਹੀ ਤਰੀਕੇ ਨਾਲ ਨਹੀਂ ਨਿਭਾਈ
ਤਾਂ ਉਹ ਤੁਹਾਡੇ ਉੱਤੇ ਇੱਕ ਨੈਗੇਟਿਵ ਇੰਪੈਕਟ ਪਾ ਸਕਦਾ ਜੇ ਤੁਸੀਂ ਆਪਣੇ ਫੰਡਾਮੈਂਟਲ ਰਾਈਟਸ ਇਨਫੋਰਸ ਕਰਵਾਉਣਾ ਚਾਹੁੰਦੇ ਹੋ। ਸੋ ਇੱਕ ਹੋਰ ਇੰਪੋਰਟੈਂਟ ਚੀਜ਼ ਆ ਵੀ ਜਿਹੜਾ ਫੰਡਾਮੈਂਟਲ ਡਿਊਟੀ ਦਾ ਕੰਸੈਪਟ ਹੈ ਇਹ ਕਿੱਥੋਂ ਆਇਆ। ਸੋ ਫੰਡਾਮੈਂਟਲ ਡਿਊਟੀਜ਼ ਰਸ਼ੀਆ ਦੇ ਕਨਸਟੀਟਿਊਸ਼ਨ ਦੇ ਵਿੱਚੋਂ ਬੋਰੋ ਕੀਤੀਆਂ ਨੇ ਤੇ ਨਾਲ ਹੀ ਜਿਹੜੀ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਹੈ, ਇੱਕ ਇੰਟਰਨੈਸ਼ਨਲ ਕਨਵੈਨਸ਼ਨ ਹੈ, ਇਹਦਾ ਆਰਟੀਕਲ 29 ਹੈ। ਸੋ ਇਹਦੇ ਵਿੱਚ ਵੀ ਜੋ ਚੀਜ਼ਾਂ ਦੀ ਗੱਲ ਕੀਤੀ ਹੈ ਉਹਨਾਂ ਨੂੰ ਡਾਇਰੈਕਟਲੀ ਇਨਡਾਇਰੈਕਟਲੀ ਫੰਡਾਮੈਂਟਲ ਡਿਊਟੀਜ਼ ਦੇ ਵਿੱਚ ਇਨਕਲੂਡ ਕੀਤਾ ਗਿਆ। ਸੋ 11 ਫੰਡਾਮੈਂਟਲ ਡਿਊਟੀਜ਼ ਪਹਿਲੀ ਚੀਜ਼ ਕਿਹੜੇ ਆਰਟੀਕਲ ਦੇ ਵਿੱਚ ਆਉਂਦੀਆਂ ਨੇ। ਸੋ ਇਹ ਹੈ ਆਰਟੀਕਲ 51A ਜਿਹਦੇ ਵਿੱਚ ਫੰਡਾਮੈਂਟਲ ਡਿਊਟੀਜ਼ ਦਿੱਤੀਆਂ ਹੋਈਆਂ ਨੇ ਤੇ 51A ਐਡ ਕੀਤਾ ਗਿਆ ਹੈ 42nd ਅਮੈਂਡਮੈਂਟ 1976 ਦੇ ਨਾਲ। ਤੇ ਕੱਲਾ ਆਰਟੀਕਲ ਹੀ ਐਡ ਨਹੀਂ ਕੀਤਾ, ਜਿਹੜੇ ਪਾਰਟ ਦੇ ਵਿੱਚ ਸੰਵਿਧਾਨ ਦੇ ਜਿਹੜੇ ਹਿੱਸੇ ਵਿੱਚ ਫੰਡਾਮੈਂਟਲ ਡਿਊਟੀਜ਼ ਆਉਂਦੀਆਂ ਨੇ 4A ਉਹਨੂੰ ਵੀ ਇਸੇ ਅਮੈਂਡਮੈਂਟ ਦੇ ਨਾਲ ਐਡ ਕੀਤਾ ਗਿਆ। ਸੋ ਤੁਸੀਂ ਯਾਦ ਰੱਖਣਾ ਵੀ 42nd ਅਮੈਂਡਮੈਂਟ ਜਿਹਨੂੰ ਆਪਾਂ ਮਿੰਨੀ ਕਨਸਟੀਟਿਊਸ਼ਨ ਵੀ ਕਹਿੰਦੇ ਆ ਕਿਉਂਕਿ ਇਸ ਅਮੈਂਡਮੈਂਟ ਨੇ ਬਹੁਤ ਇੰਪੋਰਟੈਂਟ ਚੀਜ਼ਾਂ ਨੂੰ ਐਡ ਕੀਤਾ ਸੰਵਿਧਾਨ ਦੇ ਵਿੱਚ। ਸੋ ਇਹ ਅਮੈਂਡਮੈਂਟ ਦੇ ਨਾਲ ਪਹਿਲਾਂ ਪਾਰਟ 4A ਐਡ ਕੀਤਾ, ਫਿਰ ਉਸ ਪਾਰਟ 4A ਦੇ ਵਿੱਚ 51A ਦੇ ਅੰਦਰ ਫੰਡਾਮੈਂਟਲ ਡਿਊਟੀਜ਼ ਤੇ ਕਿੰਨੀਆਂ ਫੰਡਾਮੈਂਟਲ ਡਿਊਟੀਜ਼ 10 ਕਿਉਂਕਿ 11ਵੀਂ ਫੰਡਾਮੈਂਟਲ ਡਿਊਟੀ ਆਈ ਹੈ 2002 ਵਿੱਚ। ਸੋ ਹੁਣ ਆਪਾਂ ਦੇਖਾਂਗੇ ਵੀ ਫੰਡਾਮੈਂਟਲ ਡਿਊਟੀਜ਼ ਕਹਿੰਦੀਆਂ ਕੀ ਨੇ। ਸੋ ਇਟ ਸ਼ੈਲ ਬੀ ਦ ਡਿਊਟੀ ਆਫ ਐਵਰੀ ਸਿਟੀਜ਼ਨ ਆਫ ਇੰਡੀਆ। ਉਰੇ ਹੁਣ ਵਰਡ ਹੈ ਸ਼ੈਲ। ਸ਼ੈਲ ਦਾ ਮਤਲਬ ਹੁੰਦਾ ਕੰਪਲਸਰੀ ਮੈਂਡੇਟਰੀ। ਸੋ ਤੁਸੀਂ ਜਿੱਥੇ ਵੀ ਸ਼ੈਲ ਵਰਡ ਆ ਗਿਆ, ਜਦੋਂ ਤੁਸੀਂ ਕੋਈ ਲਾਅ ਪੜ੍ਹ ਰਹੇ ਹੋ ਜਿਵੇਂ ਕਨਸਟੀਟਿਊਸ਼ਨਲ ਐਕਟ ਵੀ ਪੜ੍ਹ ਰਹੇ ਹੋ ਤਾਂ ਤੁਸੀਂ ਉੱਥੇ ਮੇ ਤੇ ਸ਼ੈਲ ਇਹ ਦੋ ਵਰਡਸ ਦਾ ਜਿਹੜਾ ਫਰਕ ਹੈ ਉਹ ਸਮਝ ਕੇ ਚੱਲਣਾ। ਜਿੱਥੇ ਮੇ ਵਰਡ ਯੂਜ਼ ਹੋ ਗਿਆ ਉਹਦਾ ਮਤਲਬ ਹੈ ਤੁਹਾਨੂੰ ਆਪਸ਼ਨ ਦੇਤੀ ਜਿਹੜੇ ਲੈਜਿਸਲੇਚਰਸ ਨੇ ਜਿਨ੍ਹਾਂ ਨੇ ਲਾਅ ਬਣਾਇਆ ਵੀ ਤੁਹਾਡੀ ਮਰਜ਼ੀ ਹੈ ਤੁਸੀਂ ਉਸ ਚੀਜ਼ ਨੂੰ ਫੋਲੋ ਕਰਨਾ ਚਾਹੁੰਦੇ ਹੋ ਨਹੀਂ। ਜਿੱਥੇ ਸ਼ੈਲ ਵਰਡ ਆ ਗਿਆ ਉਹਦਾ ਮਤਲਬ ਹੈ ਉਹ ਜਿਹੜੀ ਚੀਜ਼ ਹੈ ਲਾਅ ਹੈ ਡਿਊਟੀ ਹੈ ਜਿਵੇਂ ਉਰੇ ਇਹ ਕੰਪਲਸਰੀ ਨੇਚਰ ਦੀ ਹੈ। ਸੋ ਇਟ ਸ਼ੈਲ ਬੀ ਦ ਡਿਊਟੀ ਆਫ ਐਵਰੀ ਸਿਟੀਜ਼ਨ ਆਫ ਇੰਡੀਆ ਟੂ ਅਬਾਈਡ ਬਾਈ ਕਨਸਟੀਟਿਊਸ਼ਨ, ਰਿਸਪੈਕਟ ਇਟਸ ਆਈਡੀਅਲਸ, ਨੈਸ਼ਨਲ ਫਲੈਗ, ਨੈਸ਼ਨਲ ਐਂਥਮ। ਸੋ ਪਹਿਲੀ ਡਿਊਟੀ ਹੈ ਵੀ ਜੋ ਵੀ ਇੰਡੀਆ ਦਾ ਨਾਗਰਿਕ ਹੈ, ਸਿਟੀਜ਼ਨ ਆ ਇੰਡੀਆ 'ਚ ਰਹਿੰਦਾ ਉਹ ਕਨਸਟੀਟਿਊਸ਼ਨ ਸੰਵਿਧਾਨ ਦੀਆਂ ਜੋ ਗੱਲਾਂ ਨੇ ਉਹਨਾਂ ਨੂੰ ਫੋਲੋ ਕਰੇ, ਜੋ ਆਪਣੇ ਦੇਸ਼ ਦਾ ਨੈਸ਼ਨਲ ਫਲੈਗ ਹੈ, ਝੰਡਾ ਹੈ, ਐਂਥਮ ਹੈ ਉਹਨਾਂ ਦੀ ਪ੍ਰੋਪਰ ਰਿਸਪੈਕਟ ਕਰੇ। ਨੈਕਸਟ ਹੈ ਵੀ ਜੋ ਵੀ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਆਈਡੀਅਲਸ ਨਿਕਲ ਕੇ ਆਏ ਉਹ ਸਾਰੀਆਂ ਚੀਜ਼ਾਂ ਤੋਂ ਇਨਸਪੀਰੇਸ਼ਨ ਲਓ, ਉਹਨਾਂ ਨੂੰ ਤੁਸੀਂ ਚੈਰਿਸ਼ ਕਰੋ, ਮੰਨੋ। ਉਸ ਤੋਂ ਬਾਅਦ ਹੈ ਵੀ ਆਪਣੇ ਦੇਸ਼ ਦੀ ਜਿਹੜੀ ਏਕਤਾ ਹੈ, ਯੂਨਿਟੀ ਹੈ, ਸੋਵਰੈਨਿਟੀ ਹੈ, ਇੰਟੀਗ੍ਰਿਟੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰੋ। ਕੋਈ ਦੇਸ਼ ਦੇ ਨਾਲ ਤੁਸੀਂ ਗੱਦਾਰੀ ਵਾਲਾ ਕੰਮ ਨਾ ਕਰੋ। ਸੋ ਫੋਰਥ ਹੈ ਟੂ ਡਿਫੈਂਡ ਕੰਟਰੀ, ਰੈਂਡਰ ਨੈਸ਼ਨਲ ਸਰਵਿਸ। ਜਦੋਂ ਵੀ ਦੇਸ਼ ਨੂੰ ਤੁਹਾਡੀ ਲੋੜ ਪਵੇ, ਚਾਹੇ ਦੇਸ਼ ਨੂੰ ਬਚਾਉਣ ਦੀ ਗੱਲ ਆ ਰਹੀ ਹੈ, ਕੋਈ ਨੈਸ਼ਨਲ ਸਿਕਿਉਰਿਟੀ ਦੀ ਗੱਲ ਆ ਰਹੀ ਹੈ, ਤੁਸੀਂ ਤਿਆਰ ਰਹੋ ਦੇਸ਼ ਦੇ ਲਈ ਖੜੇ ਰਹਿਣ ਲਈ। ਨੈਕਸਟ ਹੈ ਟੂ ਪ੍ਰਮੋਟ ਹਾਰਮਨੀ, ਕਾਮਨ ਬ੍ਰਦਰਹੁੱਡ। ਆਪਸ ਦੇ ਵਿੱਚ ਭਾਈਚਾਰਾ ਬਣਾ ਕੇ ਰੱਖੋ, ਕਿਸੇ ਦੇ ਨਾਲ ਭੇਦਭਾਵ ਨਾ ਕਰੋ। ਅਲੱਗ-ਅਲੱਗ ਸੈਕਸ਼ਨਸ ਦੇ ਜੋ ਲੋਕ ਨੇ ਕਿਸੇ ਵੀ ਰਿਲੀਜਨ ਨੂੰ ਬਿਲੋਂਗ ਕਰਦੇ ਨੇ ਹਰ ਕਿਸੇ ਦੇ ਨਾਲ ਪਿਆਰ ਨਾਲ ਰਹੋ ਤੇ ਸਪੈਸ਼ਲੀ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਦੀ ਡਿਗਨਿਟੀ, ਸੈਲਫ ਰਿਸਪੈਕਟ ਮੇਨਟੇਨ ਕਰਕੇ ਰੱਖੋ। ਸੋ ਜੋ ਵੀ ਔਰਤਾਂ ਦੀ ਡਿਗਨਿਟੀ ਨੂੰ ਖਰਾਬ ਕਰਨ ਵਾਲੀਆਂ ਪ੍ਰੈਕਟਿਸਿਸ ਸੀ ਜਿਵੇਂ ਪੁਰਾਣੇ ਜ਼ਮਾਨੇ 'ਚ ਸਤੀ ਪ੍ਰਥਾ ਵਗੈਰਾ ਸੀ ਉਹ ਸਾਰੀਆਂ ਚੀਜ਼ਾਂ ਨੂੰ ਬਿਲਕੁਲ ਖਤਮ ਕਰੋ। ਨੈਕਸਟ ਹੈ ਆਪਣੇ ਦੇਸ਼ ਦਾ ਜੋ ਕਲਚਰ ਹੈ ਉਹਨੂੰ ਬਚਾ ਕੇ ਰੱਖੋ, ਜੋ ਜਿਵੇਂ ਪੁਰਾਣੇ ਮੋਨੂਮੈਂਟਸ ਨੇ, ਕਿਲੇ ਨੇ, ਹੈਰੀਟੇਜ ਹੈ, ਜਿੰਨਾ ਚੀਜ਼ਾਂ ਜੋ ਆਪਣੇ ਦੇਸ਼ ਦੀ ਕਲਚਰ ਹਿਸਟਰੀ ਰਿਫਲੈਕਟ ਹੋ ਰਹੀ ਹੈ ਉਹ ਸਾਰੀਆਂ ਚੀਜ਼ਾਂ ਦੀ ਵੈਲਿਊ ਕਰੋ, ਪ੍ਰੀਜ਼ਰਵ ਕਰੋ। ਫਿਰ ਜੋ ਆਪਣਾ ਨੈਚੁਰਲ ਇਨਵਾਇਰਨਮੈਂਟ ਹੈ, ਵਾਤਾਵਰਣ ਆਪਾਂ ਨੂੰ ਕੁਦਰਤ ਨੇ ਦਿੱਤਾ ਹੈ, ਫੋਰੈਸਟ, ਲੇਕਸ, ਦਰਿਆ, ਵਾਈਲਡ ਲਾਈਫ, ਐਨੀਮਲਸ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਇੱਕ ਪ੍ਰੋਟੈਕਸ਼ਨ ਤੇ ਇੰਪਰੂਵਮੈਂਟ ਵਾਲੀ ਆਪਣੇ ਅੰਦਰ ਕੰਪੈਸ਼ਨ ਲੈ ਕੇ ਆਓ। ਤੁਸੀਂ ਪੂਰਾ ਜ਼ੋਰ ਲਗਾਓ ਵੀ ਜੋ ਤੁਹਾਡੀ ਮਦਰ ਅਰਥ ਹੈ ਉਹਨੂੰ ਤੁਸੀਂ ਬਿਲਕੁਲ ਪੋਲਿਊਟ ਨਹੀਂ ਕਰਨਾ, ਉਹਨੂੰ ਤੁਸੀਂ ਆਉਣ ਵਾਲੀ ਜਨਰੇਸ਼ਨ ਦੇ ਲਈ ਕਿਵੇਂ ਬਚਾ ਕੇ ਰੱਖਣਾ। ਨੈਕਸਟ ਹੈ to develop scientific temper, humanism, spirit of inquiry and reform. ਸੋ ਆਪਣੀ ਜਿਹੜੀ ਥਿੰਕਿੰਗ ਹੈ ਉਹਨੂੰ ਜ਼ਿਆਦਾ ਬ੍ਰੌਡ ਕਰਕੇ ਚੱਲੋ, ਅਲੱਗ-ਅਲੱਗ ਚੀਜ਼ਾਂ ਦੇ ਵਿੱਚ ਜਿੱਥੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਰਿਸਰਚ ਦੀ ਜ਼ਰੂਰਤ ਹੈ ਉੱਥੇ ਰਿਸਰਚ ਕਰੋ, ਨਵੀਆਂ ਇਨੋਵੇਸ਼ਨਸ ਲੈ ਕੇ ਆਓ।
ਨੈਕਸਟ ਹੈ ਜੋ ਵੀ ਪਬਲਿਕ ਪ੍ਰੋਪਰਟੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਕੋਈ ਮੋਨੂਮੈਂਟਸ ਨੇ, ਕੋਈ ਪਾਰਕਸ ਨੇ, ਕੋਈ ਬੱਸ ਸਟੈਂਡਸ ਨੇ, ਰੇਲਵੇ ਸਟੇਸ਼ਨ ਹੈ, ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨਾ ਆਪਣੀ ਜ਼ਿੰਮੇਵਾਰੀ ਹੈ। ਉਸ ਤੋਂ ਬਾਅਦ ਹੈ ਟੂ ਸਟਰਾਈਵ ਟੂਵਰਡਸ ਐਕਸੀਲੈਂਸ ਇਨ ਆਲ ਸਫੇਅਰ ਆਫ ਇੰਡੀਵਿਜੂਅਲ ਕਲੈਕਟਿਵ ਐਕਟੀਵਿਟੀ ਸੋ ਦੈਟ ਨੇਸ਼ਨ ਕਨਸਟੈਂਟਲੀ ਰਾਈਜ਼ ਟੂ ਹਾਇਰ ਲੈਵਲ ਆਫ ਇੰਡੈਵਰ। ਕਹਿੰਦੇ ਆਪਾਂ ਨੇ ਇਹ ਅਸ਼ੋਰ ਕਰਨਾ ਵੀ ਸਿਰਫ ਆਪਾਂ ਆਪਣੀ ਪਰਸਨਲ ਐਕਸੀਲੈਂਸ ਨਾ ਕਰੀਏ, ਹਰ ਤਰ੍ਹਾਂ ਦੇ ਲੋਕ ਨੇ, ਹਰ ਇੰਡੀਵਿਜੂਅਲ, ਉਹਨਾਂ ਦੇ ਨਾਲ ਮਿਲ ਕੇ ਆਪਾਂ ਆਪਣੇ ਦੇਸ਼ ਦੇ ਵਿੱਚ ਗਰੋਥ ਕਰਨੀ ਹੈ। ਸੋ ਸਾਰਿਆਂ ਨੂੰ ਨਾਲ ਲੈ ਕੇ ਚੱਲੋ। ਲਾਸਟ ਵਿੱਚ ਹੈ ਕਿ ਜੋ ਵੀ ਪੇਰੈਂਟ ਹੈ ਜਾਂ ਗਾਰਜੀਅਨ ਹੈ ਕਿਸੇ ਬੱਚੇ ਦਾ 6 ਤੋਂ 14 ਸਾਲ ਦੇ, ਸੋ ਉਹਦੀ ਰਿਸਪੌਂਸਿਬਿਲਿਟੀ ਬਣਦੀ ਹੈ, ਉਰੇ ਪੇਰੈਂਟ ਤੇ ਗਾਰਜੀਅਨ ਦੀ ਰਿਸਪੌਂਸਿਬਿਲਿਟੀ ਹੈ ਵੀ ਉਹ ਕੰਪਲਸਰੀ ਐਜੂਕੇਸ਼ਨ ਪ੍ਰੋਵਾਈਡ ਕਰਵਾਵੇ ਬੱਚੇ ਨੂੰ। ਤੇ ਇਹ ਜਿਹੜੀ ਚੀਜ਼ ਹੈ 8 ਉਰੇ ਆਪਣੇ ਕੋਲ 86th ਅਮੈਂਡਮੈਂਟ ਦੇ ਨਾਲ ਐਡ ਹੋਈ ਹੈ 11th ਫੰਡਾਮੈਂਟਲ ਡਿਊਟੀ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਦਿਸ ਇਜ਼ ਰਿਲੇਟਡ ਟੂ ਕੰਪਲਸਰੀ ਐਜੂਕੇਸ਼ਨ ਆਫ ਚਿਲਡਰਨ between the age of 6 to 14। ਸੋ ਹੁਣ ਆਪਾਂ ਨੇ ਫੰਡਾਮੈਂਟਲ ਡਿਊਟੀਜ਼ ਦੇਖ ਲਿਆ, ਉਹ ਕਿੱਥੋਂ ਆਈਆਂ, ਕਿੱਥੋਂ ਬੋਰੋ ਕੀਤੀਆਂ, ਉਹਨਾਂ ਦਾ ਸਕੋਪ ਕੀ ਹੈ। ਨਾਓ ਵੀ ਕਮ ਟੂ ਫੀਚਰਸ। ਪਹਿਲੀ ਚੀਜ਼ ਹੈ ਵੀ ਜਿਹੜੇ ਫੰਡਾਮੈਂਟਲ ਡਿਊਟੀਜ਼ ਨੇ ਇਹ ਮੋਰਲ ਤੇ ਸਿਵਿਕ ਇੱਕ ਇਨਸਾਨ ਨੇ ਇਸ ਸੁਸਾਇਟੀ ਵਿੱਚ ਕਿਵੇਂ ਰਹਿਣਾ, ਦੇਸ਼ ਵਿੱਚ ਕਿਵੇਂ ਰਹਿਣਾ, ਉਹਨਾਂ ਚੀਜ਼ਾਂ ਨੂੰ ਲੈ ਕੇ ਜੋ ਬੇਸਿਕ ਮੋਰਲ ਡਿਊਟੀਜ਼ ਨੇ, ਆਪਣੀਆਂ ਸਿਵਿਕ ਡਿਊਟੀਜ਼ ਬਣਦੀਆਂ ਨੇ ਇੱਕ ਨਾਗਰਿਕ ਹੋਣ ਦੇ ਨਾਤੇ, ਉਹ ਸਾਰੀਆਂ ਚੀਜ਼ਾਂ ਨੂੰ ਫੰਡਾਮੈਂਟਲ ਡਿਊਟੀਜ਼ ਦੇ ਜ਼ਰੀਏ ਦੱਸਿਆ ਹੋਇਆ। ਨੈਕਸਟ ਹੈ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹ ਤਾਂ ਫੋਰਨਰ ਤੇ ਵੀ ਕੁਝ ਅਪਲਾਈ ਹੁੰਦੇ ਨੇ, ਪਰ ਉਰੇ ਤੁਸੀਂ ਇਹ ਇੰਪੋਰਟੈਂਟ ਡਿਫਰੈਂਸ ਵੀ ਯਾਦ ਰੱਖਣਾ ਫੰਡਾਮੈਂਟਲ ਰਾਈਟ ਤੇ ਡਿਊਟੀ ਦਾ, ਵੀ ਜਿਹੜੀਆਂ ਡਿਊਟੀਜ਼ ਨੇ ਇਹ ਇੱਕ ਵੀ ਡਿਊਟੀ ਫੋਰਨਰ ਉੱਤੇ ਅਪਲਾਈ ਨਹੀਂ ਹੁੰਦੀ, ਇਹ ਸਿਰਫ ਔਰ ਸਿਰਫ ਇੰਡੀਅਨ ਸਿਟੀਜ਼ਨ ਲਈ ਬਣੀਆਂ ਨੇ। So these are only restricted to Indian citizen। Next ਹੈ ਇਹ enforceable ਨਹੀਂ ਹੈ, ਕੋਈ ਲੀਗਲ ਸੈਂਕਸ਼ਨ ਨਹੀਂ ਹੈ ਤੁਸੀਂ ਕਰੋ ਨਾ ਕਰੋ, ਇਹ ਇੱਕ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਕੰਪਲਸਰੀ ਹੈ ਕਿ ਆਪਣੀ ਅੰਦਰੋਂ ਡਿਊਟੀ ਬਣਦੀ ਹੈ। ਸੋ ਇਹ ਕੌਨਸ਼ੀਅਸ ਦੇ ਉੱਤੇ ਬੇਸ ਹੈ, ਆਪਣੀ ਖੁਦ ਦੀ ਸੈਲਫ ਰਿਸਪੈਕਟ ਡਿਗਨਿਟੀ ਉੱਤੇ ਬੇਸਡ ਹੈ, ਆਪਣੀ ਕਿੰਨੀ ਸਮਝ ਹੈ, ਮੋਰਲ ਵੈਲਿਊਜ਼ ਕਿੰਨੀਆਂ ਨੇ, ਉਹ ਚੀਜ਼ਾਂ ਉੱਤੇ ਆਧਾਰਿਤ ਹੈ। ਪਰ ਜੇ ਤੁਸੀਂ ਕੋਈ ਫੰਡਾਮੈਂਟਲ ਡਿਊਟੀ ਐਜ਼ ਇਟ ਇਜ਼ ਨਹੀਂ ਫੋਲੋ ਕਰ ਰਹੇ ਤਾਂ ਉਹਦੇ ਲਈ ਸਪੈਸ਼ਲੀ ਕੋਈ ਲੀਗਲ ਸੈਂਕਸ਼ਨ ਨਹੀਂ ਹੈ, ਪਰ ਕੁਝ ਅਲੱਗ-ਅਲੱਗ ਤਰ੍ਹਾਂ ਦੇ ਐਕਟਸ ਨੇ ਜਿਹੜੇ ਕਿਤੇ ਨਾ ਕਿਤੇ ਜਿਵੇਂ ਪਨਿਸ਼ਮੈਂਟਸ ਦਿੰਦੇ ਨੇ, ਸੋ ਉਹਨਾਂ ਵਿੱਚ ਤੁਹਾਨੂੰ ਪਨਿਸ਼ਮੈਂਟ ਹੋ ਸਕਦੀ ਹੈ, ਪਰ ਐਜ਼ ਸੱਚ ਜੇ ਆਪਾਂ ਗੱਲ ਕਰੀਏ ਕੋਈ ਲੀਗਲ ਸੈਂਕਸ਼ਨ ਨਹੀਂ ਹੈ ਜਿਹੜੀ ਇਨਫੋਰਸ ਹੋ ਸਕੇ ਸਰਕਾਰ ਦੇ ਦੁਆਰਾ ਜੇ ਕੋਈ ਵੀ ਫੰਡਾਮੈਂਟਲ ਡਿਊਟੀ ਨੂੰ ਵਾਇਲੇਟ ਕਰਦਾ ਹੈ। ਸੋ ਲਾਸਟ ਵਿੱਚ ਹੁਣ ਆਪਾਂ ਦੋ ਇੰਪੋਰਟੈਂਟ ਕਮੇਟੀਜ਼ ਦੇਖਾਂਗੇ ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਦੇ ਨਾਲ ਰਿਲੇਟਡ ਨੇ। ਸੋ ਪਹਿਲੀ ਹੈ ਸਵਰਨ ਸਿੰਘ ਕਮੇਟੀ, ਦੂਜੀ ਹੈ ਜਸਟਿਸ ਵਰਮਾ। ਕਾਫੀ ਵਾਰੀ ਸਟੂਡੈਂਟ ਸਿਰਫ ਸਵਰਨ ਸਿੰਘ ਕਮੇਟੀ ਬਾਰੇ ਪੜ੍ਹ ਕੇ ਚਲੇ ਜਾਂਦੇ ਨੇ, ਐਗਜ਼ਾਮ ਵਿੱਚ ਤੁਹਾਨੂੰ ਆਪਸ਼ਨ ਹੁੰਦਾ ਜਸਟਿਸ ਵਰਮਾ ਕਮੇਟੀ। ਸੋ ਇਹ ਦੋਨੋਂ ਕਮੇਟੀਜ਼ ਹੀ ਇਕੁਅਲੀ ਇੰਪੋਰਟੈਂਟ ਨੇ when the question comes to fundamental duty। ਸੋ ਪਹਿਲੀ ਕਮੇਟੀ ਆਈ 1976 ਵਿੱਚ, ਦੂਜੀ ਕਮੇਟੀ ਆਈ 1998 ਵਿੱਚ। ਸੋ ਸਵਰਨ ਸਿੰਘ ਕਮੇਟੀ, ਇਹਦੇ ਬਾਰੇ ਤਾਂ ਆਪਾਂ ਨੇ ਪਹਿਲਾਂ ਵੀ ਪੜ੍ਹਿਆ। ਫੰਡਾਮੈਂਟਲ ਡਿਊਟੀਜ਼ ਜਿਹੜੀਆਂ ਕਨਸਟੀਟਿਊਸ਼ਨ ਵਿੱਚ ਐਡ ਕੀਤੀਆਂ ਗਈਆਂ ਨੇ ਉਹ ਇਸੇ ਕਮੇਟੀ ਦੀ ਰეკਮੈਂਡੇਸ਼ਨ ਉੱਤੇ ਕੀਤੀਆਂ ਗਈਆਂ। ਸੋ ਦੇਸ਼ ਵਿੱਚ ਜਦੋਂ ਐਮਰਜੈਂਸੀ ਦਾ ਮਾਹੌਲ ਸੀ ਤਾਂ ਉੱਥੇ ਸਰਕਾਰ ਨੂੰ ਇੱਕ ਜ਼ਰੂਰਤ ਮਹਿਸੂਸ ਹੋਈ ਕਿ ਆਪਾਂ ਨੂੰ ਇੱਕ ਅਲੱਗ ਤੋਂ ਚੈਪਟਰ ਚਾਹੀਦਾ ਹੈ ਜਿਹਦੇ ਵਿੱਚ ਸਿਟੀਜ਼ਨਸ ਨੂੰ ਪਤਾ ਚੱਲੇ ਕਿ ਉਹਨਾਂ ਨੇ ਜੇ ਫੰਡਾਮੈਂਟਲ ਰਾਈਟ ਇੰਜੋਏ ਕਰਨੇ ਨੇ ਤਾਂ ਉਹਨਾਂ ਦੇ ਵੀ ਬਦਲੇ ਵਿੱਚ ਸਰਕਾਰ ਨੂੰ ਲੈ ਕੇ, ਇਸ ਸੋਸਾਇਟੀ ਨੂੰ ਲੈ ਕੇ, ਦੇਸ਼ ਨੂੰ ਲੈ ਕੇ ਕੁਝ ਡਿਊਟੀਜ਼ ਬਣਦੀਆਂ ਨੇ। ਸੋ ਇਹ ਡਿਊਟੀਜ਼ ਫੰਡਾਮੈਂਟਲ ਡਿਊਟੀ ਦੇ ਨਾਮ ਦੇ ਨਾਲ ਆਰਟੀਕਲ 51A ਦੇ ਥਰੂ ਐਡ ਕੀਤੀਆਂ ਗਈਆਂ ਕਨਸਟੀਟਿਊਸ਼ਨ ਵਿੱਚ। ਸੋ ਨੈਕਸਟ ਆ ਗਈ ਸੀ ਜਸਟਿਸ ਵਰਮਾ ਕਮੇਟੀ। ਸੋ ਜਿਹੜੀ ਫੰਡਾਮੈਂਟਲ ਡਿਊਟੀਜ਼ ਇਨਸਰਟ ਕਰਤੀਆਂ, ਇਹਨਾਂ ਨੂੰ ਇੰਪਲੀਮੈਂਟ ਕਿਵੇਂ ਕਰਵਾਉਣਾ। ਸੋ ਇਸ ਚੀਜ਼ ਨੂੰ ਲੈ ਕੇ ਕਾਫੀ ਪ੍ਰੋਬਲਮ ਆ ਰਹੀ ਸੀ, ਸਕੂਲ ਵਗੈਰਾ ਦੇ ਵਿੱਚ ਵੀ ਫੰਡਾਮੈਂਟਲ ਡਿਊਟੀਜ਼ ਦੇ ਬਾਰੇ ਜ਼ਿਆਦਾ ਸਹੀ ਤਰੀਕੇ ਦੇ ਨਾਲ ਨੌਲੇਜ ਨਹੀਂ ਸੀ ਪਹੁੰਚ ਰਹੀ, ਅਵੇਅਰਨੈਸ ਨਹੀਂ ਸੀ ਪਹੁੰਚ ਪਾ ਰਹੀ। ਸੋ ਇੱਕ ਸਟ੍ਰੈਟਜੀ ਤਿਆਰ ਕਰਨ ਦੇ ਲਈ, ਇੱਕ ਮੈਥਡ ਤਿਆਰ ਕਰਨ ਦੇ ਲਈ ਜਿਹਦੇ ਨਾਲ ਵਰਲਡ ਵਾਈਡ ਫੰਡਾਮੈਂਟਲ ਡਿਊਟੀਜ਼ ਪ੍ਰੋਪਰਲੀ ਇਨਫੋਰਸ ਕਰਵਾਈਆਂ ਜਾ ਸਕਣ, ਸਕੂਲਸ ਵਗੈਰਾ ਦੇ ਵਿੱਚ ਇਹਦੇ ਬਾਰੇ ਪ੍ਰੋਪਰ ਟੀਚਿੰਗ, ਇਹਦੇ ਬਾਰੇ ਲੈਸਨਸ ਐਡ ਕੀਤੇ ਜਾਣ, ਇਹਦੇ ਲਈ ਜਸਟਿਸ ਵਰਮਾ ਕਮੇਟੀ ਇਸਟੈਬਲਿਸ਼ ਕੀਤੀ ਗਈ 1998 ਵਿੱਚ। So this was all about all the important content related to fundamental duties। I hope you understood the concept well।
Keep supporting my channel. Do like, share and subscribe it. Thank you and good luck.